ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEV ਚੈਨਲ 'ਤੇ ਮੈਂ ਹਰਜਿੰਦਰ ਸਿੰਘ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਸ ਚੈਨਲ 'ਤੇ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਸਮਾਜਿਕ ਸਿੱਖਿਆ ਵਿਸ਼ੇ ਲਈ ਵੀਡੀਓਜ਼ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲਣਗੀਆਂ। ਸੋ ਸਾਰੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਪ੍ਰਾਪਤ ਹੋ ਜਾਵੇ। ਨਾਲ ਹੀ ਵੀਡੀਓ ਨੂੰ ਲਾਈਕ ਅਤੇ ਦੂਜੇ ਬੱਚਿਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਦਾ ਫਾਇਦਾ ਲੈ ਸਕਣ। ਆਓ ਸ਼ੁਰੂਆਤ ਕਰਦੇ ਹਾਂ 6th ਕਲਾਸ ਦੇ ਫਸਟ ਲੈਸਨ ਦੇ 3rd ਪਾਰਟ ਦੀ। 2 ਪਾਰਟ ਬੇਟਾ ਮੈਂ ਇਸ ਲੈਸਨ ਦੇ ਪਹਿਲਾਂ ਹੀ ਅਪਲੋਡ ਕਰ ਚੁੱਕਿਆ, ਤਾਂ ਤੁਸੀਂ ਕੀ ਕਰਨਾ, ਚੈਨਲ ਦੀ ਪਲੇਲਿਸਟ ਦੇ ਵਿੱਚ ਜਾਣਾ ਹੈ ਅਤੇ ਉਹ 2 ਪਾਰਟ ਨੇ ਜਿਹੜੇ ਕਰਮਵਾਰ ਪਹਿਲਾ ਅਤੇ ਦੂਜਾ ਉਹ ਪਹਿਲਾਂ ਦੇਖ ਲਓ, ਫਿਰ ਹੀ ਤੁਹਾਨੂੰ 3rd ਪਾਰਟ ਹੈ ਜਿਹੜਾ ਉਹ ਸਮਝ 'ਚ ਆਉਣਾ ਗਾ। ਤਾਂ ਤੁਹਾਨੂੰ ਮੈਂ ਉਹਨਾਂ 2 ਪਾਰਟਸ ਦੇ ਵਿੱਚ ਕਾਫੀ ਕੁਝ ਸਮਝਾ ਚੁੱਕਿਆ ਲੈਸਨ ਦੇ ਬਾਰੇ। ਤਾਂ ਲੈਸਨ ਆਪਾਂ ਕਰ ਰਹੇ ਸੀ ਜੋ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ। ਇਹਨਾਂ ਦੇ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੀਆਂ ਵੀਡੀਓਜ਼ ਨੇ ਉਹ ਮੈਂ ਤੁਹਾਡੀਆਂ ਅਪਲੋਡ ਕਰ ਦੂੰ ਜਦੋਂ ਲੈਸਨ ਖਤਮ ਹੋ ਗਿਆ ਉਸ ਤੋਂ ਬਾਅਦ 'ਚ, ਠੀਕ ਹੈ। ਤਾਂ ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਨੇ ਜਿਹੜੇ ਉਹ ਵੀਡੀਓ ਨੂੰ ਧਿਆਨ ਨਾਲ ਦੇਖੋ। ਹਾਂਜੀ ਬੇਟਾ, ਆਪਾਂ ਕਰ ਲਿਆ ਸੀਗਾ ਆ ਸਾਰਾ ਕੁਝ, ਆਪਾਂ ਲੈਸਨ ਦਾ ਕਰ ਚੁੱਕੇ ਹਾਂ ਪਿਛਲੀਆਂ 2 ਵੀਡੀਓਜ਼ ਦੇ ਵਿੱਚ। ਅੱਜ ਆਪਾਂ ਕਰਨਾ ਗਾ ਉਪਗ੍ਰਹਿ, ਠੀਕ ਹੈ ਜੀ। ਉਪਗ੍ਰਹਿ ਸੈਟੇਲਾਈਟ, ਇਹਦੇ ਬਾਰੇ ਵੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਕੀ ਹੁੰਦਾ ਗਾ ਉਪਗ੍ਰਹਿ, ਜੋ ਕਿ ਗ੍ਰਹਿਾਂ ਦਾ ਚੱਕਰ ਲਗਾਉਂਦਾ। ਤੁਹਾਨੂੰ ਦੱਸਿਆ ਸੀ ਮੈਂ, ਜਿਵੇਂ ਕਿ ਆਹ ਦਿਖਾਇਆ ਹੋਇਆ ਪਿਕ ਦੇ ਵਿੱਚ ਪ੍ਰਿਥਵੀ ਹੈ ਜਿਹੜੀ ਆਪਣੀ ਨੀਲੀ ਨੀਲੀ ਦਿਖਾਈ ਦਿੰਦੀ ਹੈ ਕਿ ਇਹ ਪ੍ਰਿਥਵੀ ਹੈ, ਠੀਕ ਹੈ ਨਾ। ਜੇਕਰ ਆਪਾਂ ਸਪੇਸ ਦੇ ਵਿੱਚ ਜਾ ਕੇ ਪ੍ਰਿਥਵੀ ਨੂੰ ਦੇਖਾਂਗੇ ਤਾਂ ਆਪਾਂ ਨੂੰ ਇਸ ਪ੍ਰਕਾਰ ਉਹ ਦਿਖੂਗੀ, ਠੀਕ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਆਸੇ ਪਾਸੇ ਆਹ ਵਾਈਟ ਹੈ ਇਹ ਕੀ ਹੈ, ਚੰਦ ਹੈ ਸਾਡਾ। ਇਹ ਕੀ ਹੈ, ਪ੍ਰਿਥਵੀ ਦਾ ਇੱਕ ਕੁਦਰਤੀ ਤੌਰ 'ਤੇ ਉਪਗ੍ਰਹਿ ਹੈ। ਇਹ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ। ਅੱਜ ਆਪਾਂ ਚੰਨ ਦੇ ਬਾਰੇ, ਮੂਨ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਅਤੇ ਇਸ ਦੇ ਬਾਰੇ ਚੰਗੀ ਤਰ੍ਹਾਂ ਜਾਣਾਂਗੇ। ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਸਮਝਣਾ। ਚੰਨ ਧਰਤੀ ਦਾ ਕੀ ਹੈ, ਇੱਕ ਉਪਗ੍ਰਹਿ ਹੈ। ਇਹ ਤੁਹਾਨੂੰ ਮੈਂ ਪਹਿਲਾਂ ਹੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੈਗਾ ਵੀ ਚੰਨ ਕੀ ਹੈ, ਧਰਤੀ ਦਾ ਇੱਕ ਨੈਚੁਰਲ ਸੈਟੇਲਾਈਟ ਹੈ, ਕੁਦਰਤੀ ਤੌਰ 'ਤੇ ਉਪਗ੍ਰਹਿ ਆ। ਇਸ ਤੋਂ ਇਲਾਵਾ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਕੁਦਰਤੀ ਉਪਗ੍ਰਹਿਾਂ ਤੋਂ ਇਲਾਵਾ ਧਰਤੀ ਦੇ, ਚੰਨ ਤੋਂ ਇਲਾਵਾ ਧਰਤੀ ਦੇ ਆਸੇ-ਪਾਸੇ ਹੋਰ ਵੀ ਸੈਟੇਲਾਈਟਸ ਛੱਡੇ ਹੋਏ ਆ ਜੋ ਕਿ ਇੱਕ ਮਨੁੱਖ ਦੁਆਰਾ ਬਣਾਏ ਗਏ ਸੈਟੇਲਾਈਟਸ ਨੇ। ਓਕੇ, ਇਹ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ, ਤਾਂ ਸਾਰੇ ਬੱਚੇ ਉਹ ਵੀਡੀਓ ਜਾ ਕੇ ਜ਼ਰੂਰ ਦੇਖੋ। ਤਾਂ ਆਪਾਂ ਕਰਦੇ ਅੱਗੇ। ਇਹ ਧਰਤੀ ਦੇ ਬਹੁਤ ਨਜ਼ਦੀਕ ਹੋਣ ਕਰਕੇ ਅਤੇ ਧਰਤੀ ਦੀ ਗੁਰੂਤਾਕਰਸ਼ਣ ਸ਼ਕਤੀ ਕਰਕੇ ਧਰਤੀ ਦੇ ਆਲੇ ਦੁਆਲੇ ਅਤੇ ਆਪਣੀ ਧੁਰੀ ਦੁਆਲੇ ਵੀ ਘੁੰਮਦਾ ਹੈ। ਜੇਕਰ ਆਪਾਂ ਸੂਰਜ ਦੇ ਮੁਕਾਬਲੇ ਦੇਖੀਏ, ਸੂਰਜ ਦੀ ਜਿਹੜੀ ਦੂਰੀ ਹੈ ਧਰਤੀ ਤੋਂ 15 ਕਰੋੜ ਕਿਲੋਮੀਟਰ ਹੈ ਲਗਭਗ, ਪਰ ਜਿਹੜੀ ਚੰਦ ਦੀ ਦੂਰੀ ਹੈ ਉਹ ਕਿੰਨੀ ਹੈ, 3,84,400 ਕਿਲੋਮੀਟਰ ਦੂਰੀ 'ਤੇ ਹੈ। ਤਾਂ ਸੂਰਜ ਦੇ ਮੁਕਾਬਲੇ ਚੰਦ ਆ ਜਿਹੜਾ ਪ੍ਰਿਥਵੀ ਦੇ ਬਹੁਤ ਹੀ ਜ਼ਿਆਦਾ ਨੇੜੇ ਹੈਗਾ, ਨਜ਼ਦੀਕ ਹੈ। ਓਕੇ, ਤਾਂ ਕਿਉਂਕਿ ਪ੍ਰਿਥਵੀ ਦੀ ਗੁਰੂਤਾਕਰਸ਼ਣ ਸ਼ਕਤੀ ਹੈ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ, ਗ੍ਰੈਵੀਟੇਸ਼ਨਲ ਫੋਰਸ ਦੇ ਕਰਕੇ ਹੀ ਗ੍ਰਹਿ ਨੇ ਜਿਹੜੇ ਉਹ ਸੂਰਜ ਦਾ ਚੱਕਰ ਲਗਾ ਰਹੇ ਹੈ, ਕਿਉਂਕਿ ਸੂਰਜ ਦੀ ਜਿਹੜੀ ਗ੍ਰੈਵਿਟੀ ਹੈ ਉਹਨੇ ਗ੍ਰਹਿਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਿਆ ਹੋਇਆ। ਅਤੇ ਪ੍ਰਿਥਵੀ ਦੀ ਜਿਹੜੀ ਗ੍ਰੈਵਿਟੀ ਹੈ, ਤਾਂ ਪ੍ਰਿਥਵੀ ਦੀ ਗ੍ਰੈਵਿਟੀ ਨੇ ਚੰਨ ਨੂੰ ਆਪਣੇ ਵੱਲ ਖਿੱਚ ਕੇ ਰੱਖਿਆ ਹੋਇਆ। ਇਸ ਕਰਕੇ ਹੀ ਚੰਨ ਆ ਜੋ ਪ੍ਰਿਥਵੀ ਦਾ ਚੱਕਰ ਲਗਾਉਂਦਾ ਹੈ। ਤਾਂ ਕਿੰਨੇ ਦਿਨਾਂ ਦੇ ਵਿੱਚ ਪਰਿਕਰਮਾ ਪੂਰੀ ਕਰਦਾ, ਕਿੰਨੇ ਦਿਨਾਂ ਦੇ ਵਿੱਚ ਚੱਕਰ ਲਗਾਉਂਦਾ, 27 ਦਿਨਾਂ ਦੇ ਵਿੱਚ। ਓਕੇ, ਅਤੇ ਇਸ ਤੋਂ ਇਲਾਵਾ ਆਪਣੀ ਧੁਰੀ ਦੁਆਲੇ ਕਿੰਨੇ ਦਿਨਾਂ ਦੇ ਵਿੱਚ ਘੁੰਮਦਾ ਗਾ, 7 ਘੰਟਿਆਂ ਦੇ ਵਿੱਚ ਘੁੰਮਦਾ। ਓਕੇ ਜੀ। ਫਿਰ ਇਹਨਾਂ ਨੇ ਦੱਸਿਆ ਗਾ ਚੰਦ ਦੀ ਪ੍ਰਿਥਵੀ ਤੋਂ ਦੂਰੀ ਕਿੰਨੀ ਹੈ, ਇਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਮੈਂ, 3,84,400 ਕਿਲੋਮੀਟਰ ਦੂਰੀ ਹੈ ਚੰਨ ਦੀ ਪ੍ਰਿਥਵੀ ਤੋਂ। ਇੰਨੀ ਦੂਰੀ ਕਰਕੇ ਹੀ ਚੰਦ ਆ ਜਿਹੜਾ ਪ੍ਰਿਥਵੀ ਤੋਂ ਸਾਨੂੰ ਛੋਟਾ ਨਜ਼ਰ ਆਉਂਦਾ ਦੇਖਣ ਦੇ ਵਿੱਚ। ਓਕੇ, ਤਾਂ ਚੰਦ ਦੀ ਜਿਹੜੀ ਉਤਪਤੀ ਹੋਈ ਹੈ ਉਸ ਸੰਬੰਧੀ ਜਿਹੜੇ ਵਿਗਿਆਨੀ ਨੇ ਉਹਨਾਂ ਦੀ ਇੱਕ ਰਾਏ ਨਹੀਂ ਹੈਗੀ, ਇੱਕ ਮਤ ਉਹਨਾਂ ਦਾ ਨਹੀਂ ਹੈਗਾ। ਕੁਝ ਵਿਗਿਆਨੀ ਕੀ ਕਹਿੰਦੇ ਨੇ, ਕੁਝ ਵਿਗਿਆਨੀ ਕੀ ਕਹਿੰਦੇ ਨੇ। ਇੱਕ ਰਾਏ ਤਾਂ ਇਹ ਹੈ ਵੀ ਜਿਹੜਾ ਚੰਦ ਹੈ ਉਹ ਪ੍ਰਿਥਵੀ ਦਾ ਹੀ ਇੱਕ ਹਿੱਸਾ ਗਾ, ਪ੍ਰਿਥਵੀ ਦਾ ਹੀ ਇੱਕ ਪਾਰਟ ਹੈ। ਇਹ ਮੰਨਿਆ ਜਾਂਦਾ ਵਿਗਿਆਨੀਆਂ ਦੁਆਰਾ ਵੀ ਜਿਹੜਾ ਚੰਦ ਹੈ ਉਸ ਦੀ ਉਤਪਤੀ ਪ੍ਰਿਥਵੀ ਦੀ ਉਤਪਤੀ ਦੇ ਨਾਲ ਹੀ ਹੋਈ ਹੈ, ਅਤੇ ਇਸ ਕਰਕੇ ਇਹ ਪ੍ਰਿਥਵੀ ਦਾ ਹੀ ਹਿੱਸਾ ਗਾ। ਅਤੇ ਕੁਛ ਵਿਗਿਆਨੀ ਅਜਿਹਾ ਮੰਨਦੇ ਨੇ ਵੀ ਕੀ ਹੋਇਆ ਸੀ, ਇੱਕ ਵੱਡਾ ਸਾਰਾ ਗ੍ਰਹਿ ਸੀ ਜਿਹੜਾ ਪ੍ਰਿਥਵੀ ਦੇ ਵੱਲ ਤੇਜ਼ੀ ਦੇ ਨਾਲ ਵੱਧ ਰਿਹਾ ਸੀ, ਪ੍ਰਿਥਵੀ ਦੇ ਵਿੱਚ ਟਕਰਾਇਆ ਉਹ, ਜਿਸ ਦੇ ਕਰਕੇ ਪ੍ਰਿਥਵੀ ਦੇ ਕੁਛ ਜਿਹੜਾ ਭਾਗ ਸੀਗਾ ਉਹ ਅਸਮਾਨ ਦੇ ਵਿੱਚ ਵਿਖਰ ਗਿਆ, ਉਸ ਤੋਂ ਇਸ ਦੀ ਉਤਪਤੀ ਹੋਈ ਹੈ। ਇਹ ਇੱਕ ਵਿਚਾਰ ਹੈ। ਅਤੇ ਕੁਛ ਵਿਗਿਆਨੀ ਇਹ ਮੰਨਦੇ ਨੇ ਕਿ ਚੰਨ ਆ ਜਿਹੜਾ ਉਹ ਬ੍ਰਹਿਮੰਡ ਤੋਂ ਬਾਹਰੀ ਵਸਤੂ ਹੈ, ਭਾਵ ਮਿਲਕੀ ਵੇ ਆਕਾਸ਼ ਗੰਗਾ ਦੇ ਵਿੱਚ ਕੋਈ ਹੋਰ ਗ੍ਰਹਿ ਤੋਂ ਆਇਆ ਹੋਇਆ ਇਹ ਉਪਗ੍ਰਹਿ ਹੈ ਜਿਹੜਾ ਕਿ ਪ੍ਰਿਥਵੀ ਦੀ ਗ੍ਰੈਵੀਟੇਸ਼ਨਲ ਫੋਰਸ ਦੀ ਵਜ੍ਹਾ ਦੇ ਕਰਕੇ ਇਸ ਦੇ ਚੱਕਰ ਲਗਾਉਣ ਲੱਗ ਗਿਆ। ਇਹ ਵਿਗਿਆਨੀ ਦੇ
अलग अलग तौर पर विचार ने चंद की उत्पत्ति संबंधी। पर इस दी उत्पत्ति किमें हुई है इस बारे अजे तक कोई भी फैसला नहीं किया जा सकिया। तो यह अलग अलग विग्यानी इसकी अलग अलग राय देंगे ने, जी मैं राय दी है तुहानूं वो भी मैं अलग अलग किताबों के विचों पढ़ी हुई है। तो देखो सो इस तरह ये गल सिद्ध हो जो मान लो खगोल विग्यानी से जोड़े खगोल विग्यानी चंद की धरती पर पहुँचे, उत्थों उन्होंने मिट्टी के नमूने लए तो उन्होंने देखा भी इस दी मिट्टी है जी चंद की मिट्टी है वो धरती की मिट्टी के नाल मेल नहीं खाती। तो इस तो की साबित होया भी चंद आ जिहड़ा वो धरती का हिस्सा नहीं हैगा। ठीक है, तो कई विचार तो यह विचार कहे ने भी कहते हैं भी चंद जिहड़ा पृथ्वी का ही एक हिस्सा हैगा, परंतु जो खगोल विग्यानियों ने जाके उत्थे सैंपल लाए तो उन्होंने देखा भी ये जिहड़ी मिट्टी है चंद की मिट्टी है पृथ्वी की मिट्टी के नाल मेल नहीं खाती। ओके, हालांकि धरती और चंद इक्को समय होंद विच आए जापदे हैं जेकर आप सधारण तौर पर गल करिए। अगे देखो बहुत ध्यान देने योग गल है, अपोलो प्रोजैक्ट अधीन हुई आकाशी यात्रावां कारण असी बाकी होर खगोली पिंडां नालों चंद बारे ज़्यादा जानन लग गए हाँ। ठीक है, तो पुलाड़ यात्री तुसीं सुनिया होना सारे ने नील आर्मस्ट्रॉन्ग ते एडविन एल्ड्रिन ने की कीता सी 21 जुलाई 1969 को सब तो पहला चंद की सतह पर पैर रखे सी। तो तुसीं सारिਆਂ ने नील आर्मस्ट्रॉन्ग का तो नाम तुसीं सुनिया होगा सारिਆਂ ने। ठीक है, तरीक भी याद रखियो सारे बच्चे किन्नी तरीक नूं कदम रखिया सीगा 21 जुलाई 1969 नूं चंद की सतह पर पहली बार किसी मनुख ने कदम रखिया सी। तो पहला कौन सीगा नील आर्मस्ट्रॉन्ग। तो कई बारी पेपरां दे विच ना कई बारी की हुंदा जिहड़े अपने मुकाबले दीयां परीक्षावां हुंदियां उहदे विच पुछ लिया जांदा एडविन एल्ड्रिन जिहड़ा दूजा सी। नील आर्मस्ट्रॉन्ग का तो सानूं सारिਆਂ नूं पता हुंदा है पर एडविन एल्ड्रिन का नाम नहीं पता हुंदा। तो चंद की सतह पर दूसरा व्यक्ति किहड़ा सी जिसने कदम रखिया सी तो वह सीगा एडविन एल्ड्रिन। ठीक है, किस प्रोजैक्ट के राही रखिया सी? अपोलो प्रोजैक्ट के राही। इन्हां दा जिहड़ा प्रोजैक्ट चंद की सतह के उपर उतरिया सी इसका नाम की सी अपोलो। अपोलो प्रोजैक्ट के राही इन्हां ने की कीता चंद की सतह पर सब तो पहला कदम रखे सी। तो जो उन्होंने कदम रखे सी उत्थे उन्होंने की मिलिया पहाड़ियाँ ते घाटियाँ मिलियां चंद की सतह पर। ठीक है, जिहड़े आपां देखो बेटा यह चंद आ जिहड़ा ये भी काफ़ी ज़्यादा वड्डा गा क्योंकि यह दूरी ते इस करके आपां नूं छोटा दिखाई दिंदा है। तो चंद की जो सतह पर पहुँचे इत्थे उन्होंने की मिलियां डूंघियां डूंघियां घाटियां मिलियां। ठीक है, इस तो इलावा उन्होंने पहाड़ भी प्राप्त हुए इत्थे। ओके जी, फिर देखो एक याद रखियो तरीक है इसकी बहुत ज़्यादा इंपॉर्टेंट है 21 जुलाई 1969 याद रखना सारे बच्चों ने। तो आह जी पिक है देखो ये चंद की आकाश के विचों ली गई है पिक, इस तरह ही सानू दिखाई दिंदा है। ये स्पेस के विचों ली गई चंद की यह तस्वीर है। हाँ जी बेटा अगे देखो साड़ी धरती वांग चंद की भी अपनी रोशनी नहीं। ये तो मैं पिछली वीडियोज़ के विच सारा दस्या सी फुल डिटेल के विच भी धरती की अपनी कोई रोशनी नहीं हैगी, चंद की भी अपनी कोई रोशनी नहीं हैगी, पर रात को सानू पूरा चमकदा होया दिखाई दिंदा है। क्यों दिखाई दिंदा है? क्योंकि सूरज की जिहड़ी रोशनी है वो किस ते पैंदी है? चंद ते पैंदी है, जिस दे करके सानू चंद चमकदा होया दिखाई दिंदा है। सूरज की रोशनी नूं ही चंद की करदा गा? परिवर्तित करदा गा। ठीक है, परिवर्तित करता है, इस करके चंद सानू की है चमकदा होया दिखाई दिंदा है। हालांकि अपनी चंद की कोई रोशनी नहीं हैगी। ओके, चंद जिहड़ा की करदा धरती दुआले घूमदा है, इसलिए चंद इसकी सूरज की रोशनी के सामने। ठीक है, सूरज की रोशनी की वजह के करके की हुंदा चंद की दिशा जिहड़ी हर रोज़ बदलती हुई सानू दिखाई दिंदी है। स्थिति है जो कदे तो आकार दे विच सानू चंद वड्डा दिखाई दिंदा है, कदे आकार दे विच छोटा दिखाई दिंदा है। ठीक है, इस तरह चंद की जिहड़ी स्थिति है वो लगातार बदलती रहती है। क्यों बदलती रहती है? क्योंकि सूरज है जो, ठीक है, सूरज की रोशनी है जिहड़ी जो चंद ते पैंदी है वो जिथे चंद ते पै जाती है उत्थे सानू ओही आ दिखाई दिंदा है। ठीक है, जिवें आ चंद हैगा, ठीक है, छोटा हुंदा वैसे आकार दे विच ये सूरज के नालों बहुत ज़्यादा छोटा, सूरज का लखां गुणा वड्डा है। ठीक है, तो जो सूरज की रोशनी जिहड़े हिस्से ते पैंदी है, मान लो इस हिस्से ते पैंदी है सामने वाले ते, तो सानू चंद इन्ना क दिखाई दिंदा है। ठीक है, फिर उस तो बाद अगे अद्धे ते पैन लग जाता तो इन्ना दिखाई देन लग जाता है। जो पूर्णमाशी वेले पूरे चंद ते ही सूरज की रोशनी पैंदी है तो सानू चंद जिहड़ा पूरा दिखाई दिंदा है। इस तरह सूरज की रोशनी के करके ही चंद सानू चमकदा होया दिखाई दिंदा है। तो चंद का जिहड़ी सूरज दी किरणां दा प्रकाश हुंदा गा चंद की सतह तो परिवर्तित होकर वो किस ते पैंदा है? अर्थ ते पैंदा है, अर्थ ते पैंदा है। इस करके ही रात नूं जिहड़ी अर्थ है
ਉਹ ਸਾਨੂੰ ਕੀ ਹੁੰਦੀ ਹੈ, ਚੰਨ ਦੀ ਰੋਸ਼ਨੀ ਦੇ ਨਾਲ ਭਰੀ ਹੋਈ ਦਿਖਾਈ ਦਿੰਦੀ ਹੈ। ਓਕੇ, ਚੰਨ ਕਦੋਂ ਪੂਰੀ ਰੋਸ਼ਨੀ ਦੇ ਵਿੱਚ ਹੁੰਦਾ ਗਾ, ਜਦੋਂ ਪੂਰਨਮਾਸ਼ੀ ਹੁੰਦੀ ਹੈ। ਓਕੇ, ਇਹ ਸਾਰਿਆਂ ਨੇ ਧਿਆਨ ਦੇ ਵਿੱਚ ਰੱਖਣਾ। ਤਾਂ ਚੰਨ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈਗੀ, ਸਗੋਂ ਦੀ ਕਿਸ ਦੀ ਰੋਸ਼ਨੀ ਹੁੰਦੀ ਹੈ, ਸੂਰਜ ਦੀ ਰੋਸ਼ਨੀ ਹੁੰਦੀ ਹੈ, ਅਤੇ ਉਸੇ ਕਰਕੇ ਹੀ ਸਾਨੂੰ ਇਹ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਅੱਗੇ ਦੇਖੋ, ਇਹਨਾਂ ਨੇ ਲਿਖਿਆ ਹੈਗਾ, ਕਹਿੰਦਾ ਜਦੋਂ ਧਰਤੀ ਤੋਂ ਦਿਸਣ ਵਾਲਾ ਚੰਨ ਦਾ ਦੁਰੇਡਾ ਪਾਸਾ ਵੀ ਸੂਰਜ ਦੇ ਸਾਹਮਣੇ ਹੁੰਦਾ ਹੈ, ਠੀਕ ਹੈ, ਉਹ ਵੀ ਚਮਕਦਾ ਹੈ, ਪਰ ਧਰਤੀ ਤੋਂ ਅਸੀਂ ਚੰਨ ਦੇ ਉਸ ਪਾਸੇ ਨੂੰ ਨਹੀਂ ਦੇਖ ਸਕਦੇ। ਇਸ ਸਥਿਤੀ ਨੂੰ ਮੱਸਿਆ ਆਖਦੇ ਹਨ। ਠੀਕ ਹੈ ਜੀ, ਇੱਥੇ ਪਿਕ ਦੇ ਵਿੱਚ ਦਿਖਾਇਆ ਹੋਏਗਾ ਆਹ, ਠੀਕ ਹੈ ਜੀ, ਇਹ ਪਿਕ ਦੇਖੋ ਧਿਆਨ ਦੇ ਨਾਲ, ਇਸ ਸਥਿਤੀ ਦੀ ਗੱਲ ਕਰ ਰਿਹਾ ਹੈ, ਕਿਉਂਕਿ ਇਸ ਸਥਿਤੀ ਦੇ ਵਿੱਚ ਕੀ ਹੈ, ਚੰਨ ਦੀ ਰੋਸ਼ਨੀ, ਸੂਰਜ ਦੀ ਰੋਸ਼ਨੀ, ਠੀਕ ਹੈ, ਜਿਹੜੇ ਪਾਸੇ ਪੈ ਰਹੀ ਹੈ ਉਹ ਪਾਸਾ ਤਾਂ ਦੂਰ ਹੈ, ਓਹਲੇ ਆ ਸਾਡੇ ਤੋਂ, ਅਤੇ ਇਸ ਪਾਸੇ ਚੰਨ ਸੂਰਜ ਦੀ ਰੋਸ਼ਨੀ ਨਹੀਂ ਪੈ ਰਹੀ, ਇਸ ਕਰਕੇ ਕੀ ਹੈ, ਇੱਥੇ ਚੰਨ ਸਾਨੂੰ ਚਮਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਤਾਂ ਇਸ ਸਥਿਤੀ ਨੂੰ ਕੀ ਕਹਿੰਦੇ ਨੇ, ਪੂਰਨਮਾਸ਼ੀ ਕਹਿੰਦੇ ਨੇ। ਫਿਰ ਹੌਲੀ ਹੌਲੀ ਦੇਖੋ ਅੱਗੇ ਜਾ ਕੇ ਥੋੜ੍ਹੇ ਦਿਨਾਂ ਬਾਅਦ ਕੀ ਹੁੰਦਾ, ਚੰਨ ਦੀ ਸੂਰਜ ਦੀ ਰੋਸ਼ਨੀ ਇੱਥੇ ਚੰਨ 'ਤੇ ਪੈਣੀ ਸ਼ੁਰੂ ਹੋ ਜਾਂਦੀ ਹੈ, ਤਾਂ ਆਹ ਹਿੱਸਾ ਸਾਨੂੰ ਦੇਖਣਾ ਸ਼ੁਰੂ ਹੋ ਜਾਂਦਾ ਹੈ। ਫਿਰ ਆਹ ਸਥਿਤੀ ਆ ਜਾਂਦੀ ਹੈ, ਠੀਕ ਹੈ, ਫਿਰ ਆਹ ਸਥਿਤੀ ਆ ਜਾਂਦੀ ਹੈ, ਫਿਰ ਆਹ ਸਥਿਤੀ ਆ ਕੇ ਇਹ ਪੂਰਨਮਾਸ਼ੀ ਦੀ ਸਥਿਤੀ ਹੈ, ਜਿਹੜਾ ਜਦੋਂ ਸਾਨੂੰ ਚੰਨ ਆ ਜਿਹੜਾ ਪੂਰਾ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਇਸ ਸਥਿਤੀ ਦੇ ਵਿੱਚ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਚੰਨ 'ਤੇ ਪੈਂਦੀਆਂ ਨੇ, ਅਤੇ ਇਹ ਪਾਸਾ ਸਾਨੂੰ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਇਸੇ ਨੂੰ ਹੀ ਕੀ ਕਹਿੰਦਾ, ਪੂਰਨਮਾਸ਼ੀ ਕਿਹਾ ਜਾਂਦਾ ਹੈ। ਅਤੇ ਇੱਥੇ ਜਿਹੜਾ ਸੂਰਜ ਦੀਆਂ ਕਿਰਨਾਂ, ਠੀਕ ਹੈ, ਪੈਂਦੀਆਂ ਤਾਂ ਹੈਗੀਆਂ, ਪਰ ਉਹ ਸਾਨੂੰ ਪਾਸਾ ਚਮਕਦਾ ਹੋਇਆ ਦਿਖਾਈ ਨਹੀਂ ਦਿੰਦਾ, ਦੂਸਰੇ ਪਾਸੇ ਹੁੰਦੇ ਆ, ਠੀਕ ਹੈ ਨਾ। ਚੰਨ ਦਾ ਦੂਸਰਾ ਪਾਸਾ ਹੁੰਦਾ ਜਿੱਥੇ ਸੂਰਜ ਦੀਆਂ ਕਿਰਨਾਂ ਨਹੀਂ ਪੈਂਦੀਆਂ, ਤਾਂ ਉਹ ਸਥਿਤੀ ਕਿਹੜੀ ਹੁੰਦੀ ਹੈ, ਪੂਰਨਮਾਸ਼ੀ ਮੱਸਿਆ ਦੀ ਸਥਿਤੀ ਹੁੰਦੀ ਹੈ। ਤਾਂ ਇਹ ਤੁਸੀਂ ਧਿਆਨ ਦੇ ਨਾਲ ਦੇਖਣਾ। ਜਿਵੇਂ ਇਹਨਾਂ ਨੇ ਦੱਸਿਆ ਗਾ, ਕਹਿੰਦਾ ਇਸ ਸਥਿਤੀ ਨੂੰ ਮੱਸਿਆ ਆਖਦੇ ਹਨ, ਜਦੋਂ ਸੂਰਜ ਦੀਆਂ ਕਿਰਨਾਂ ਚੰਨ 'ਤੇ ਪ੍ਰੋਪਰ ਨਹੀਂ ਪੈਂਦੀਆਂ ਉਸ ਹਿੱਸੇ 'ਤੇ, ਅਤੇ ਸਾਨੂੰ ਉਹ ਕਾਲਾ ਦਿਖਦਾ, ਉਹ ਸਥਿਤੀ ਕਿਹੜੀ ਹੁੰਦੀ ਹੈ, ਮੱਸਿਆ ਦੀ ਹੁੰਦੀ ਹੈ। ਹੌਲੀ ਹੌਲੀ ਇਹ ਚੰਨ ਦਾਤਰੀਨੁਮਾ ਵੱਧਦਾ ਹੈ। ਆਹ ਦੇਖੋ ਦਾਤਰੀਨੁਮਾ ਵੱਧ ਜਾਂਦਾ ਹੈ ਚੰਨ, ਠੀਕ ਹੈ, ਨੀਚੇ ਵਾਲਾ ਦੇਖੋ ਤੁਸੀਂ, ਦੂਸਰੇ ਨੰਬਰ ਦੀ ਹੈ ਜਿਹੜੀ ਤਸਵੀਰ, ਉਸ ਦੇ ਵਿੱਚ ਦਾਤਰੀਨੁਮਾ ਗਾ। ਫਿਰ ਥੋੜ੍ਹਾ ਥੋੜ੍ਹਾ ਕਰਕੇ ਧਰਤੀ ਤੋਂ ਦਿਸਣਾ ਸ਼ੁਰੂ ਹੋ ਜਾਂਦਾ ਹੈ, ਅਤੇ 15 ਦਿਨਾਂ ਵਿੱਚ ਪੂਰਾ ਚੰਨ ਦਿਖਾਈ ਦੇਣ ਲੱਗ ਜਾਂਦਾ ਹੈ। ਹੌਲੀ ਹੌਲੀ ਕੀ ਹੈ, ਪੂਰਨਮਾਸ਼ੀ ਵਾਲੀ ਸਥਿਤੀ ਆ ਜਾਂਦੀ ਹੈ। ਪੂਰਨਮਾਸ਼ੀ ਵਾਲੀ ਸਥਿਤੀ ਕਦੋਂ ਆਉਂਦੀ ਹੈ, 15 ਦਿਨਾਂ ਦੇ ਵਿੱਚ। ਫਿਰ ਹੌਲੀ ਹੌਲੀ ਘਟਦਾ ਜਾਂਦਾ ਇਹ, ਅੱਗੇ ਜਾ ਕੇ ਕੀ ਹੈ, ਇਹ ਘਟਦਾ ਜਾਂਦਾ ਹੌਲੀ ਹੌਲੀ। ਆਹ ਉੱਪਰਲੀ ਸਥਿਤੀ ਦੇਖੋ, ਇੱਧਰਲੀ ਸਾਈਡ ਘਟਦਾ ਜਾਂਦਾ ਇਹ, ਠੀਕ ਹੈ, ਅਤੇ ਹੌਲੀ ਹੌਲੀ ਫਿਰ ਕਿਸ ਸਥਿਤੀ ਦੇ ਵਿੱਚ ਆ ਜਾਂਦਾ ਇਹ, ਮੱਸਿਆ ਵਾਲੀ ਸਥਿਤੀ ਦੇ ਵਿੱਚ ਆ ਜਾਂਦਾ ਹੈ। ਓਕੇ ਜੀ, ਤਾਂ ਇਹ ਜਿਹੜੀ ਪ੍ਰਕਿਰਿਆ ਕਿੰਨੇ ਟਾਈਮ ਦੀ ਹੁੰਦੀ ਹੈ, 29 ਦਿਨ ਅਤੇ 12 ਘੰਟਿਆਂ ਦੀ ਪੂਰੀ ਪ੍ਰਕਿਰਿਆ ਹੁੰਦੀ ਹੈ, ਜਦੋਂ ਚੰਨ ਆ ਜਿਹੜਾ ਉਹ ਹੌਲੀ ਹੌਲੀ ਪੂਰਨਮਾਸ਼ੀ ਤੋਂ ਮੱਸਿਆ ਦੀ ਸਥਿਤੀ ਦੇ ਵਿੱਚ ਆ ਜਾਂਦਾ। ਪੂਰਨਮਾਸ਼ੀ ਵੇਲੇ ਕੀ ਹੁੰਦਾ, ਪੂਰਾ ਪ੍ਰਕਾਸ਼ਵਾਨ ਹੁੰਦਾ ਇਹ, ਠੀਕ ਹੈ, ਪੂਰਾ ਚਮਕਦਾ ਗਾ, ਪਰ ਮੱਸਿਆ ਵਾਲੇ ਦਿਨ ਕੀ ਹੁੰਦਾ, ਘੁੱਪ ਹਨੇਰਾ ਹੁੰਦਾ ਗਾ। ਤਾਂ ਇਹ ਸਾਰੀਆਂ ਚੰਨ ਦੀਆਂ ਕੀ ਨੇ, ਅਵਸਥਾਵਾਂ ਨੇ। ਕਿਉਂ ਨੇ ਇਹ ਅਵਸਥਾਵਾਂ, ਇਹ ਕਿਸ ਦੇ ਕਰਕੇ ਹੈ, ਸੂਰਜ ਦੇ ਪ੍ਰਕਾਸ਼ ਦੇ ਕਰਕੇ ਹੈ, ਕਿਉਂਕਿ ਸੂਰਜ ਦਾ ਪ੍ਰਕਾਸ਼ ਜਿਸ ਹਿੱਸੇ 'ਤੇ ਪੈਂਦਾ ਹੈ ਉਹ ਹਿੱਸਾ ਸਾਨੂੰ ਚਮਕਦਾ ਹੋਇਆ ਦਿਖਾਈ ਦਿੰਦਾ ਹੈ, ਬਾਕੀ ਪਾਸੇ ਕੀ ਹੁੰਦਾ, ਹਨੇਰਾ ਹੁੰਦਾ। ਅੱਗੇ ਆਪਾਂ ਗੱਲ ਕਰਦੇ ਹਾਂ ਪੂਸ਼ਲ ਤਾਰੇ ਦੀ, ਕੋਮੇਟਸ ਦੀ ਗੱਲ ਕਰਦੇ ਹਾਂ। ਤਾਂ ਪੂਸ਼ਲ ਤਾਰਾ ਬੇਟਾ ਇਹ ਵੀ ਇੱਕ ਅਹਿਮ ਟੌਪਿਕ ਆ ਸਾਡੇ ਵਾਸਤੇ, ਬਹੁਤ ਹੀ ਇੰਪੋਰਟੈਂਟ ਹੈ, ਇਹਦੇ ਵਾਸਤੇ ਵੀ ਜਾਣਨਾ ਜ਼ਰੂਰੀ ਹੈ ਸਾਡੇ ਵਾਸਤੇ। ਧਿਆਨ ਦੇ ਨਾਲ ਸੁਣਦੇ ਰਹੋ, ਸਾਰੀ ਵੀਡੀਓ ਬੇਟਾ ਪੂਰੀ ਦੇਖਿਆ ਕਰੋ, ਠੀਕ ਹੈ, ਕਿਉਂਕਿ ਸਾਰੀ ਵੀਡੀਓ ਜਦੋਂ ਆਪਾਂ ਪੂਰੀ ਦੇਖਾਂਗੇ ਫਿਰ ਹੀ ਸਾਨੂੰ ਗਿਆਨ ਪ੍ਰਾਪਤ ਹੋਊਗਾ, ਫਿਰ ਹੀ ਅਸੀਂ ਕੁਐਸਚਨ ਸੋਲਵ ਕਰ ਸਕਦੇ ਹਾਂ। ਓਕੇ, ਤਾਂ ਸਾਰੇ ਬੱਚੇ ਪੂਰੀ ਵੀਡੀਓ ਦੇਖਿਆ ਕਰੋ। ਅਤੇ ਇਹ ਦੇਖੋ ਚੈਪਟਰ ਵੱਡਾ ਸੀਗਾ, ਇਸ ਕਰਕੇ ਇਸ ਦੇ 2-3 ਪਾਰਟ ਬਣ ਗਏ। ਓਕੇ, ਤਾਂ ਇਸ ਤੋਂ ਬੋਰ ਨਹੀਂ ਹੋਣਾ ਕਦੇ ਵੀ ਇੰਨੇ ਜ਼ਿਆਦਾ ਪਾਰਟ ਬਣ ਗਏ ਜਾਂ ਐਡੀ ਵੱਡੀ ਵੀਡੀਓ ਹੈ, ਕਿਉਂਕਿ ਜਿੱਡੀ ਵੱਡੀ ਵੀਡੀਓ ਹੋਊਗੀ ਓਨਾ ਹੀ ਉਸ ਦੇ ਵਿੱਚ ਜ਼ਿਆਦਾ ਗਿਆਨ ਹੋਊਗਾ, ਓਨਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਓਕੇ, ਤਾਂ ਪੂਸ਼ਲ ਤਾਰੇ ਬਾਰੇ ਆਪਾਂ ਦੇਖਦੇ ਹਾਂ। ਦੇਖੋ ਪਹਿਲਾਂ ਤਾਂ ਇਸ ਦੀ ਪਿਕ ਦੇਖੋ, ਆਹ ਹੁੰਦਾ ਪੂਸ਼ਲ ਤਾਰਾ, ਰੋਸ਼ਨੀ ਦੀ ਪੂਛ ਇਸ ਦੇ ਪਿੱਛੇ ਸਾਨੂੰ ਦਿਖਾਈ ਦਿੰਦੀ ਹੈ, ਅਤੇ ਇੰਗਲਿਸ਼ ਦੇ ਵਿੱਚ ਇਸ ਨੂੰ ਆਪਾਂ ਕੀ ਕਹਿੰਦੇ, ਕੋਮੇਟਸ ਕਹਿੰਦੇ ਹੈਗੇ। ਪੂਸ਼ਲ ਤਾਰੇ ਬੜੇ ਅਦਭੁਤ ਆਕਾਸ਼ੀ ਪਿੰਡ ਹਨ ਅਤੇ ਗ੍ਰਹਿਆਂ ਤੋਂ ਭਿੰਨ ਹੁੰਦੇ ਨੇਗੇ ਇਹ, ਠੀਕ ਹੈ ਜੀ। ਇਹ ਕੀ ਨੇ, ਅਦਭੁਤ ਆਕਾਸ਼ੀ ਪਿੰਡ ਨੇ, ਗ੍ਰਹਿਆਂ ਦੇ ਨਾਲੋਂ ਬਿਲਕੁਲ ਹੀ ਡਿਫਰੈਂਟ ਹੁੰਦੇ ਨੇ। ਗ੍ਰਹਿ ਤਾਂ ਦੇਖੋ ਸੂਰਜ ਦਾ ਚੱਕਰ ਲਗਾ ਰਹੇ ਹੈ, ਸੂਰਜ ਦੀ ਗ੍ਰੈਵੀਟੇਸ਼ਨਲ ਫੋਰਸ ਦੀ ਵਜ੍ਹਾ ਦੇ ਕਰਕੇ, ਠੀਕ ਹੈ, ਇਹ ਵੀ ਸੂਰਜ ਦਾ ਚੱਕਰ ਲਗਾਉਂਦੇ ਨੇ, ਪਰੰਤੂ ਗ੍ਰਹਿਆਂ ਦੇ ਨਾਲੋਂ ਬਿਲਕੁਲ ਹੀ ਭਿੰਨ ਹੁੰਦੇ ਨੇ। ਇਹ ਨੈਬੂਲੀ ਤੱਤਾਂ, ਗੈਸਾਂ, ਧੂੜ, ਮਿੱਟੀ ਆਦਿ ਦਾ ਸਮੂਹ ਹੁੰਦੇ ਨੇ। ਇਹ ਤਾਰੇ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਨੇ, ਠੀਕ ਹੈ। ਇਹ ਕਦੀ ਕਦਾਈ ਅਚਾਨਕ ਹੀ ਵੇਖਣ ਵਿੱਚ ਆਉਂਦੇ ਨੇ, ਰੈਗੂਲਰ ਸਾਨੂੰ ਦਿਖਾਈ ਨਹੀਂ ਦਿੰਦੇ, ਇਹ ਅਚਾਨਕ ਹੀ ਆਉਂਦੇ ਨੇ। ਸੂਰਜ ਦਾ ਲੰਬੇ ਸਮੇਂ ਤੱਕ ਚੱਕਰ ਲਗਾਉਂਦੇ ਨੇ, ਮਤਲਬ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਦਾ ਜਿਹੜਾ ਪਰਿਕਰਮਾ ਕਰਨ ਦਾ ਜਿਹੜਾ ਵੇ ਹੈਗਾ, ਰਾਸਤਾ ਹੈਗਾ, ਉਹ ਬਹੁਤ ਜ਼ਿਆਦਾ ਲੰਬਾ, ਇਸ ਕਰਕੇ ਸੂਰਜ ਤੋਂ ਬਹੁਤ ਦੂਰ ਚਲੇ ਜਾਂਦੇ ਨੇ ਇਹ, ਅਤੇ ਘੱਟੋ ਘੱਟ 75-76 ਸਾਲਾਂ ਦੇ ਵਿੱਚ ਸਾਨੂੰ ਇੱਕ ਵਾਰ ਦਿਖਾਈ ਦਿੰਦੇ ਨੇ।
ਇਹਨਾਂ ਦੇ ਪਿੱਛੇ ਕੀ ਹੁੰਦੀ ਹੈ, ਰੌਸ਼ਨੀ ਦੀ ਇੱਕ ਲੰਬੀ ਪੂਛ ਨਜ਼ਰ ਆਉਂਦੀ ਹੈ, ਇਸ ਕਰਕੇ ਹੀ ਇਸ ਨੂੰ ਕੀ ਕਿਹਾ ਜਾਂਦਾ ਗਾ, ਪੂਛਲ ਤਾਰਾ ਕਿਹਾ ਜਾਂਦਾ ਹੈ ਜਾਂ ਟੇਲਡ ਸਟਾਰ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਹਨਾਂ ਦੇ ਪਿੱਛੇ ਰੌਸ਼ਨੀ ਦੀ ਇੱਕ ਲੰਬੀ ਪੂਛ ਨਜ਼ਰ ਆਉਂਦੀ ਹੈ। ਓਕੇ, ਤਾਂ ਆਹ ਦੇਖੋ ਅੱਗੇ ਇਹਨਾਂ ਨੇ ਪਿਕ ਦੇ ਵਿੱਚ ਦਿਖਾਇਆ ਹੋਏਗਾ, ਇਹ ਪੂਛਲ ਤਾਰਾ ਗਾ, ਠੀਕ ਹੈ ਜੀ। ਇਹ ਕੀ ਹੈ, ਪੂਛਲ ਤਾਰਾ, ਇਹ ਇਸ ਦੇ ਪਿੱਛੇ ਕੀ ਹੈ, ਰੌਸ਼ਨੀ ਦੀ ਲੰਬੀ ਪੂਛ ਹੈ, ਇਸੇ ਕਰਕੇ ਹੀ ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਪੂਛਲ ਤਾਰਾ ਜਾਂ ਕੋਮੇਟਸ ਕਹਿੰਦੇ ਹਾਂ। ਅੱਗੇ ਦੇਖੋ, ਸੂਰਜ ਦੁਆਲੇ ਘੁੰਮਦਾ ਹੋਇਆ ਕਦੀ ਤਾਂ ਇਹ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਅਤੇ ਕਦੀ ਬਹੁਤ ਜ਼ਿਆਦਾ ਦੂਰ ਚਲਾ ਜਾਂਦਾ ਹੈ। ਓਕੇ, ਇਸ ਦਾ ਜਿਹੜਾ ਪੱਥ ਲੰਬਾ ਅਤੇ ਘੱਟ ਘੇਰੇ ਵਿੱਚ ਫੈਲੇ ਘੁੰਡੀਨੁਮਾ ਆਕਾਰ ਵਿੱਚ ਮੁੜਿਆ ਹੋਇਆ ਹੁੰਦਾ ਹੈ। ਪੱਥ ਬਹੁਤ ਜ਼ਿਆਦਾ ਲੰਬਾ ਹੁੰਦਾ ਹੈ ਇਸ ਦਾ, ਇਸੇ ਕਰਕੇ ਹੀ ਸਾਨੂੰ ਮਤਲਬ ਇਹ ਕਈ ਸਾਲਾਂ ਬਾਅਦੋਂ ਦੇਖਣ ਨੂੰ ਮਿਲਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਹੈਲੇ ਦਾ ਪੂਛਲ ਤਾਰਾ, ਜਿਸ ਦਾ ਨਾਮ ਇੰਗਲੈਂਡ ਦੇ ਤਾਰਾ ਵਿਗਿਆਨੀ ਐਡਮੰਡ ਹੈਲੇ ਦੇ ਨਾਮ 'ਤੇ ਪਿਆ, ਸਾਨੂੰ ਧਰਤੀ ਤੋਂ ਵਿਖਾਈ ਦਿੰਦਾ ਰਿਹਾ ਹੈ ਅਤੇ ਇਹ ਤਾਰਾ ਸਾਨੂੰ 75-76 ਸਾਲਾਂ ਪਿੱਛੋਂ ਇੱਕ ਵਾਰ ਦਿਖਾਈ ਦਿੰਦਾ ਹੈ। ਠੀਕ ਹੈ, ਤਾਂ ਇਹ ਗੱਲ ਤੁਸੀਂ ਸਮਝਣੀ ਹੈ। ਪੂਛਲ ਤਾਰੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਣਾ। ਤਾਰਾ ਨਹੀਂ ਹੁੰਦਾ ਇਹ, ਇੱਕ ਤਰ੍ਹਾਂ ਦਾ ਇਹ ਗ੍ਰਹਿ ਹੀ ਹੈ, ਠੀਕ ਹੈ, ਜਿਹੜਾ ਆਪਣਾ ਪੱਥ ਹੈ ਜਿਹੜਾ ਲੰਬੀ ਦੂਰੀ ਤੱਕ ਤੈਅ ਕਰਦਾ ਸੂਰਜ ਦੇ ਆਸੇ ਪਾਸੇ ਪਰਿਕਰਮਾ ਕਰਦਾ ਹੋਇਆ। ਓਕੇ, ਕਿਉਂਕਿ ਇਹ ਸਾਨੂੰ ਲੰਬੇ ਸਮੇਂ ਤੋਂ ਬਾਅਦ ਦਿਖਾਈ ਦਿੰਦਾ, ਇਸ ਕਰਕੇ ਇਹ ਘੱਟ ਦਿਖਾਈ ਦਿੰਦਾ ਸਾਨੂੰ। ਇਹ 75-76 ਸਾਲਾਂ ਦੇ ਵਿੱਚ ਇੱਕ ਵਾਰ ਦਿਖਾਈ ਦਿੰਦਾ। ਪਿੱਛੇ ਇਸ ਦੀ ਰੌਸ਼ਨੀ ਦੀ ਕਿਰਨ ਹੁੰਦੀ ਹੈ, ਇਸ ਕਰਕੇ ਹੀ ਇਸ ਨੂੰ ਕੀ ਕਿਹਾ ਜਾਂਦਾ, ਪੂਛਲ ਤਾਰਾ ਕਿਹਾ ਜਾਂਦਾ। ਅੱਗੇ ਦੇਖੋ, ਛੋਟੇ ਗ੍ਰਹਿ ਜਾਂ ਐਸਟਰੋਇਡਸ। ਛੋਟੇ ਗ੍ਰਹਿ ਜਾਂ ਐਸਟਰੋਇਡਸ ਕੀ ਹੁੰਦੇ ਨੇ? ਇਹ ਗ੍ਰਹਿਾਂ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਹਨ। ਸੂਰਜ ਦੁਆਲੇ ਪਰਿਕਰਮਾ ਕਰਨ ਵੇਲੇ ਕਰਕੇ ਇਹ ਗ੍ਰਹਿ ਦੀ ਹੀ ਕਿਸਮ ਅਖਵਾਉਂਦੇ ਹਨ। ਹਾਲਾਂਕਿ ਇਹਨਾਂ ਦਾ ਆਕਾਰ ਗ੍ਰਹਿ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ, ਜੋ ਕਈ ਵਾਰ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦਾ ਹੈ। ਤਾਂ ਬੇਟਾ ਦੇਖੋ, ਤੁਹਾਨੂੰ ਮੈਂ ਸੂਰਜ ਦੇ 8 ਗ੍ਰਹਿਾਂ ਬਾਰੇ ਦੱਸਿਆ ਸੀਗਾ, ਉੱਪਰ ਦੇਖੋ, ਠੀਕ ਹੈ, ਪਿਕ ਦੇ ਵਿੱਚ ਤੁਹਾਨੂੰ ਦੱਸਦਾ ਮੈਂ ਸੂਰਜ ਦੇ 8 ਗ੍ਰਹਿਾਂ ਦੇ ਬਾਰੇ ਦੱਸਿਆ ਸੀ, ਪਰ ਇਹਨਾਂ ਦੇ ਵਿੱਚ ਇੱਕ ਗ੍ਰਹਿ ਹੋਰ ਵੀ ਐਡ ਸੀ। ਅੱਜ ਤੋਂ ਕੁਝ ਸਾਲ ਪਹਿਲਾਂ ਇਹ ਮੰਨਿਆ ਜਾਂਦਾ ਸੀ ਵੀ ਸੂਰਜੀ ਪਰਿਵਾਰ ਦੇ 9 ਗ੍ਰਹਿ ਆ। ਇੱਕ ਗ੍ਰਹਿ ਸੀ ਜਿਹੜਾ, ਉਸ ਦਾ ਨਾਮ ਕੀ ਸੀ? ਪਲੂਟੋ ਸੀਗਾ, ਠੀਕ ਹੈ, ਜਿਸ ਨੂੰ ਕਿ ਗ੍ਰਹਿਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਕਾਰਨ ਕੀ ਸੀ? ਉਹ ਗ੍ਰਹਿਾਂ ਦੀ ਜਿਹੜੀਆਂ ਕੰਡੀਸ਼ਨ ਸੀਗੀਆਂ ਉਹਨਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਸੀ। ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਗ੍ਰਹਿ ਹੁੰਦੇ ਨੇ, ਜਿਵੇਂ ਆਹ 8 ਗ੍ਰਹਿ ਨੇ ਸੂਰਜੀ ਪਰਿਵਾਰ ਦੇ 8 ਗ੍ਰਹਿ ਨੇ, ਇਹ ਕੀ ਹੈ, ਵੱਡੇ ਨੇ ਆਕਾਰ ਦੇ ਵਿੱਚ, ਸੂਰਜ ਦਾ ਚੱਕਰ ਲਗਾਉਂਦੇ ਨੇ। ਇਸ ਤੋਂ ਇਲਾਵਾ ਆਪਣੇ ਰਾਸਤੇ ਦੇ ਵਿੱਚ ਚੱਕਰ ਲਗਾਉਂਦੇ ਸਮੇਂ ਇਹ ਜਿੰਨੇ ਵੀ ਐਸਟਰੋਇਡਸ ਵਗੈਰਾ ਹੁੰਦੇ ਨੇਗੇ, ਜਿੰਨੇ ਵੀ ਮਤਲਬ ਕਿ ਉਲਕਾ ਪਿੰਡ ਵਗੈਰਾ ਹੁੰਦੇ ਨੇ, ਉਹਨਾਂ ਨੂੰ ਆਪਣੇ ਵੱਲ ਖਿੱਚਦੇ ਜਾਂਦੇ ਆ। ਇਹ ਆਪਣੇ ਰਾਹ ਨੂੰ ਬਿਲਕੁਲ ਸਾਫ਼ ਸੁਥਰਾ ਰੱਖਦੇ ਆ, ਠੀਕ ਹੈ। ਪਰ ਜਿਹੜਾ ਪਲੂਟੋ ਸੀ, ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਪੂਰਾ ਨਹੀਂ ਕਰ ਪਾ ਰਿਹਾ ਸੀ। ਪਹਿਲੀ ਗੱਲ ਤਾਂ ਆਕਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਛੋਟਾ ਸੀ ਪਲੂਟੋ। ਦੂਸਰੀ ਗੱਲ ਇਹ ਸੀ ਵੀ ਉਹਦੀ ਗ੍ਰੈਵੀਟੇਸ਼ਨਲ ਫੋਰਸ ਵੀ ਘੱਟ ਸੀ, ਕਿਉਂਕਿ ਜਿੰਨਾ ਵੱਡਾ ਗ੍ਰਹਿ ਹੋਊਗਾ ਉਨੀ ਹੀ ਉਸਦੀ ਖਿੱਚਣ ਦੀ ਸ਼ਕਤੀ ਹੈ ਚੀਜ਼ਾਂ ਨੂੰ ਆਪਣੇ ਵੱਲ ਜ਼ਿਆਦਾ ਹੋਊਗੀ। ਜਿਵੇਂ ਜੂਪੀਟਰ ਹੈ, ਜੂਪੀਟਰ ਬਹੁਤ ਤੇਜ਼ੀ ਦੇ ਨਾਲ ਕੀ ਕਰਦਾ ਹੈ, ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੈ, ਪਰ ਉਸ ਦੀ ਗ੍ਰੈਵੀਟੇਸ਼ਨਲ ਫੋਰਸ ਬਹੁਤ ਜ਼ਿਆਦਾ ਘੱਟ ਸੀ ਪਲੂਟੋ ਦੀ, ਠੀਕ ਹੈ। ਤਾਂ ਇਸ ਕਰਕੇ ਉਸ ਨੂੰ ਗ੍ਰਹਿਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਲਗਭਗ ਮੇਰੇ ਖਿਆਲ ਦੇ ਵਿੱਚ 2006 ਦੀ ਗੱਲ ਹੈ ਜਦੋਂ ਉਸ ਨੂੰ ਗ੍ਰਹਿਾਂ ਦੀ ਸੂਚੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਤਾਂ ਆਪਾਂ ਉਹਨਾਂ ਗ੍ਰਹਿਾਂ ਦੀ ਹੀ ਗੱਲ ਕਰ ਰਹੇ ਹਾਂ ਜੋ ਕੀ ਹੈ, ਗ੍ਰਹਿ ਤਾਂ ਹੈਗੇ ਹੈ, ਛੋਟੇ ਗ੍ਰਹਿ ਸੂਰਜ ਦੀ ਪਰਿਕਰਮਾ ਦਾ ਕਰ ਰਹੇ ਹੈ, ਪਰ ਗ੍ਰਹਿਾਂ ਦੀ ਪੂਰੀ ਤਰ੍ਹਾਂ ਕੰਡੀਸ਼ਨ ਨੂੰ ਉਹਨਾਂ ਨੇ ਪ੍ਰਾਪਤ ਨਹੀਂ ਕੀਤਾ ਹੋਇਆ। ਓਕੇ, ਨਾ ਤਾਂ ਉਹਨਾਂ ਦੀ ਗ੍ਰੈਵਿਟੀ ਜ਼ਿਆਦਾ ਗਈ ਅਤੇ ਨਾ ਆਕਾਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਹੈ। ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ, ਛੋਟੇ ਗ੍ਰਹਿ ਜਾਂ ਐਸਟਰੋਇਡਸ ਕਹਿੰਦੇ ਹੈਗੇ। ਜਿਵੇਂ ਕਿ ਤੁਹਾਨੂੰ ਹੁਣੇ ਹੀ ਮੈਂ ਪਲੂਟੋ ਦੀ ਉਦਾਹਰਨ ਦੇ ਕੇ ਹਟਿਆਂਗਾ। ਓਕੇ, ਹਾਲਾਂਕਿ ਇਹਨਾਂ ਦਾ ਆਕਾਰ ਗ੍ਰਹਿ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ, ਜੋ ਕਈ ਵਾਰ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦਾ ਹੈ। ਓਕੇ, ਅੱਗੇ ਆਪਾਂ ਗੱਲ ਕਰਦੇ ਹਾਂ ਉਲਕਾ ਅਤੇ ਉਲਕਾ ਪਿੰਡ ਦੀ ਗੱਲ ਕਰਦੇ ਹਾਂ, ਮੀਟੀਓਰਸ ਅਤੇ ਮੀਟੀਓਰਾਈਟਸ ਦੀ ਗੱਲ ਕਰਦੇ ਹਾਂ ਆਪਾਂ। ਹਾਂਜੀ, ਉਲਕਾ ਪਿੰਡਾਂ ਨੂੰ ਸ਼ੂਟਿੰਗ ਸਟਾਰ ਵੀ ਆਖਦੇ ਹਨ। ਯਾਦ ਰੱਖਿਓ ਸਾਰੇ ਬੱਚੇ, ਉਲਕਾ ਪਿੰਡਾਂ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਗਾ? ਸ਼ੂਟਿੰਗ ਸਟਾਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੁਸੀਂ ਆਕਾਸ਼ ਵਿੱਚ ਕਦੀ ਤੇਜ਼ੀ ਨਾਲ ਟੁੱਟਦੇ ਤਾਰੇ ਨੂੰ ਦੇਖਿਆ? ਰਾਤ ਨੂੰ ਦੇਖੋ ਤੁਸੀਂ ਆਕਾਸ਼ ਦੇ ਵਿੱਚ, ਜਦੋਂ ਅਸਮਾਨ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਤਾਰੇ ਟੁੱਟਦੇ ਹੋਏ ਨਜ਼ਰ ਆਉਣਗੇ, ਪਰ ਅਸਲ ਦੇ ਵਿੱਚ ਉਹ ਤਾਰਾ ਨਹੀਂ ਹੁੰਦਾ, ਉਹ ਕੀ ਹੁੰਦਾ? ਉਲਕਾ ਹੁੰਦਾ ਗਾ। ਤੁਹਾਨੂੰ ਮੈਂ ਦੱਸਦਾ, ਪ੍ਰਿਥਵੀ ਜਦੋਂ ਪਰਿਕਰਮਾ ਕਰਦੀ ਹੈ, ਪ੍ਰਿਥਵੀ ਜਦੋਂ ਸੂਰਜ ਦੇ ਆਸੇ-ਪਾਸੇ ਚੱਕਰ ਲਗਾਉਂਦੀ ਹੈ, ਇਹ ਸੂਰਜ ਹੈ, ਓਕੇ, ਪ੍ਰਿਥਵੀ ਇਸ ਦੇ ਕੀ ਕਰਦੀ ਹੈ? ਆਸੇ-ਪਾਸੇ ਇਸ ਤਰੀਕੇ ਦੇ ਨਾਲ ਚੱਕਰ ਲਗਾਉਂਦੀ ਹੈ, ਅੰਡਾਕਾਰ ਸ਼ੇਪ ਦੇ ਵਿੱਚ ਘੁੰਮਦੀ ਹੈ ਪ੍ਰਿਥਵੀ, ਠੀਕ ਹੈ, ਇਸ ਤਰ੍ਹਾਂ ਘੁੰਮਦੀ ਹੈ। ਤਾਂ ਜਦੋਂ ਘੁੰਮਦੀ ਹੈ ਉਹ ਰਾਸਤੇ ਦੇ ਵਿੱਚ ਕੀ ਹੈ, ਇਸ ਪ੍ਰਕਾਰ ਦੇ ਬਹੁਤ ਜ਼ਿਆਦਾ ਉਲਕਾ ਆ ਜਾਂਦੇ ਨੇਗੇ।
ठीक है। उल्का आ जाते हैं तो पृथ्वी अपनी ग्रैविटी दी करके उल्का नूं अपने वाल खिंचदी है तेज गति दे नाल। ओके, दुबारे दसदा मैं, सूरज का जो चक्कर लगाउंदी है पृथ्वी, इस तरह चक्कर लगाउंदी है अंडाकार शेप दे विच, तां रास्ते दे विच बहुत ज़्यादा की आ जांदे ने, उल्का आ जांदे ने, उन्हां नूं अपने वाल खिंचदी है। जदों उल्का पृथ्वी के वातावरण दे विच एंटर हुंदे ने, पृथ्वी है ये, ठीक है, इसका की है आसे पासे की है, इसका वायुमंडल है, इस दे विच बहुत सारिया गैसां ने, धूड़ कण ने। जदों उल्का पृथ्वी दे विच इत्थे एंटर हो जाता है तो इत्थों पृथ्वी अपनी ग्रैविटी दे नाल ही अंदर खिंच लैंदी है उसनूं, पर अंदर की है पृथ्वी का वायुमंडल है, इन्वायरमेंट है, इस दी वजह दे करके रगड़ पैदा होंदी है। उल्का जो आउंदा इस दी वजह दे करके की हुंदी है, इत्थे वायुमंडल दे विच जो एंटर हुंदा पृथ्वी दे, हवा की वजह दे करके, धूड़ मिट्टी की वजह दे करके इत्थे की है उस दे विच रगड़ पैदा होंदी है, जिस करके उल्का नूं की हो जांदा, अग लग जाती है। अग लग जाती है तो उसकी लंबी इस तरह सानू तारे दे वांगू दिखाई दिंदा है, टुटदा होया तारा नज़र आउंदा है, तो इसनूं की कहा जांदा गा, उल्का कहा जांदा है। यही इत्थे सारा कुछ इन्होंने दस्सिया होया। तो आह देखो एक उल्का पिंड हैगा। ओके, इस तरह की हुंदे ने कि उल्का जिहड़े उल्का पिंड वगैरह जिहड़े हुंदे ने धरती दे वल आउंदे ने, किस तरह के हुंदे ने, आ तस्वीर दे विच सानू दिख रहा है। ये तो सीगा उल्का। जिहड़ा की हुंदा गा, मीटिओर्स हुंदा गा, जिहड़ा धरती की सतह ते नहीं डिगदा, पहला रास्ते विच ही खत्म हो जाता, क्योंकि उस दे विच अग लग जाती है। ओके जी। उस तो बाद उल्का पिंड की गल करते आपां। उल्का पिंड ਜਿਹੜੇ पूरे सड़ते नहीं, तो तुहानूं मैं हुणे दस के हटिया भी धरती की वायुमंडल दे विच जदों उल्का प्रवेश करते हैं तो वह की हुंदे ने रास्ते दे विच ही लगभग खत्म हो जाते हैं, धरती की सतह ते पहुँचते ही नहीं, क्योंकि उन्हां दे विच अग लग जाती है। परंतु आ देखो उपर तस्वीर दे विच सानूं दिखाया गया, ये उल्का पिंड काफ़ी ज़्यादा वड्डा आकार दे विच काफ़ी ज़्यादा वड्डा देखण नूं सानूं दिस रहा है। तो इस तरह के जिहड़े उल्का पिंड हुंदे ने उन्हां नूं अग तां लग जाती है, पर वह पूरी तरह रास्ते दे विच खत्म नहीं होंदे, धरती के वातावरण दे विच आके डिग पैंदे ने। ते कई बार ये बहुत वड्डे वड्डे मोगे बना देंदे ने, बहुत वड्डे वड्डे टोए बना देंदे ने। ठीक है, इन्होंने आपां की कहने उल्का पिंड कहने। ओके, क्रेटर बना देंदे ने बहुत वड्डे वड्डे। ये जिवें कि इन्होंने दस्सिया अमेरिका के मारूथल इलाके एरीजोना का मोगा, एरीजोना एक इलाका है जिथे कहा जाता भी लगभग 10 किलोमीटर, ठीक है ना, किड्डा वड्डा 10 किलोमीटर लंबा जिहड़ा उल्का पिंड सी वो उत्थे डिग्गिया सीगा, जिस दी वजह दे करके की होया सी, डायनासोरां दा तुसीं नाम सुनिया होना, डायनासोरां दा खात्मा हो गया सीगा। तो एडे वड्डे वड्डे जो उल्का पिंड धरती के उपर डिगदे है तो जीवन के वास्ते वो धरती के एनवायरमेंट के वास्ते बहुत ही ज़्यादा खतरनाक सिद्ध होंदे ने। ठीक है, तो इन्होंने आपां की कहने उल्का पिंड कहने। जिवें तुहानूं मैं हुणे ही अमेरिका के मारूथली इलाके एरीजोना दा उल्का पिंड दस के हटिया भी वो 10 किलोमीटर कहते हैं भी लगभग वड्डा सी, उहदी वजह दे करके ही डायनासोरां दा धरती तो विनाश हो गया सी। तो आपां लास्ट हुण देखते हैं धरती नुहार अते आकार। लास्ट अपना इसका पॉइंट हैगा द अर्थ इट्स शेप एंड साइज़। धरती जिस उत्ते असीं रह रहे हैं बहुत वड्डी है, असल में असी इसका कुछ ही हिस्सा वेख सकते हैं। धरती ते असीं खड़े हैं, धरती के मुकाबले असीं बहुत ही ज़्यादा छोटे हैं, धरती बहुत वड्डी है साडी, इस करके सानूं कुछ हिस्सा ही देखने को मिलता है। जितों तक साडी निगाह जाती है वो धरती का बहुत छोटा भाग हुंदा है। विग्यानियों ने आकाश में काफ़ी उचाई उत्ते जाके इसदियां तस्वीरां खिंचियां हैं। देखो आह जिहड़ी तस्वीर ली गई है ये पुलाड़ दे विचों लै जाके ली गई है, विग्यानियों द्वारा खिंची गई है ये। ठीक है, स्पेस दे विचों ये क्लिक की गई तस्वीर है धरती की। उपरली तस्वीर भी अजिही ही एक तस्वीर है, तुसीं वेख सकते हो धरती की है चपटी नहीं सगों गोल दिखाई दिंदी है। आ देखो धरती सानूं की है गोल दिखाई दिंदी है, पर असल दे विच जदों असीं जमीन ते खड़े हुंदे आ तां धरती सानूं की दिखाई दिंदी है, चपटी दिखाई दिंदी है। ठीक है, तो कई बच्चे सोचते होणगे भी जे गोल है धरती तो इस तरह धरती ते जिहड़ा आह नीला नीला पानी है ये डिगदा क्यों नहीं। ठीक है, इस तो इलावा जदों असीं धरती ते इत्थे खड़े हैं, मान लो इत्थे खड़े हैं, असीं डिगदे क्यों नहीं जे गोल है ये। ठीक है, तो बेटा दसना चाहना मैं तुहानूं धरती ते एक शक्ति है जिहड़ी तुहानूं पहलां भी दस्सिया सी, ग्रैविटेशनल फोर्स। ठीक है, गुरुत्वाकर्षण बल दे करके मनुख जिहड़ा धरती की सतह के उपर टिकिया होया है। ओके जी, तो जिहड़ा आह पानी है ये भी पुलाड़ दे विच डुलदा नहीं हैगा, ये भी किस दी वजह करके, ग्रैविटी की वजह दे करके धरती के नाल ये की है बनया होया है। इस करके की है धरती सानूं पुलाड़ दे विच जदों असीं देखदे हां तां गोल दिखाई दिंदी है। ओके जी, चपटी नहीं हैगी ये। उस तो बाद देखो
हाँ जी, धरती सूरज दुआले घूमती है तो चंद धरती दुआले घूमता है। सारिया गल्लां आपां शेयर कर चुके हैं भी धरती किस दा चक्कर लगाउंदी है, वो सूरज का चक्कर लगाउंदी है, तो चंद जिहड़ा पृथ्वी का उपग्रह वो किस दा चक्कर लगाउंदा गा, धरती का चक्कर लगाउंदा है। ठीक है, फिर देखो घूमदियां होया एक समा अजिहा आउंदा है कि धरती सूरज और चंद के विचकार आ जाती है। ओके, तो घूमते हुए धरती जो सूरज की परिक्रमा करती है तो एक समा अजिहा हुंदा गा जदों की हुंदा है आ सूरज है, ठीक है, धरती तो इधरली साइड चंद। ठीक है, तो धरती किस दे विचकार आ गई, ये हो गई धरती अपनी। ओके जी, ये हो गया चंद तो ये हो गया सूरज। सूरज तो चंद के विचकार आ जाती है। तो सूरज दियां जो किरणां धरती ते पैंदियां ने, ठीक है, तो धरती का परछावां जिहड़ा वो चंद ते पैना शुरू हो जाता है, जिसनों की कहने आपां चंद ग्रहण कहने हैं। ओके, तो धरती का परछावां जो, क्योंकि देखो कोई भी चीज़ है जो किसी रोशनी के सामने आती है उसका परछावां दूसरी जगह पर पैंदा है। इत्थे क्योंकि धरती है जिहड़ी वो चंद ते सूरज के विचकार आ गई, तो सूरज दीयां किरणां दे विचकार रुकावट पैदा करती है धरती। ठीक है, कहने का भाव सूरज दीयां सीधियां किरणां चंद ते नहीं पहुँचदियां, सगों धरती का परछावां चंद ते पहुँचदा है। इस करके इस स्थिति को की कहा जाता है, चंद ग्रहण कहा जाता है। असल दे विच ग्रहण वगैरह कुछ नहीं हुंदा, वो धरती का परछावां की हुंदा है चंद ते पैंदा है, इस करके उसनूं की कहा जाता है, चंद ग्रहण कहा जाता है। ओके, तो इस तो भी आप एक अंदाज़ा लगा सकते हैं भी धरती गोल है, क्योंकि चंद ते जदों इसका परछावां पैंदा गा, ठीक है जी, जो परछावां पैंदा धरती का तो वह बिल्कुल इस तरह गोल हुंदा गा, तो जिस तो असीं अंदाज़ा लगा सकते हैं भी धरती की है, गोल है। अच्छा, उस तो बाद देखो भावें उपरोक्त प्रमाणों तो मोटे तौर पर तो सिद्ध होंदा है कि धरती एक बहुत वड्डी गेंद वांग है। उंज असल विच इनवेन गेंद की तरह नहीं, बल्कि इसके उत्तरी और दक्षिणी सिरे ने जिहड़े की चपटे ने। ठीक है, वैसे तो सानू गोल दिखाई दिंदी है ये, ठीक है, पर जेकर आप देखिए तो इसके उत्तरी सिरे तो दक्षिणी सिरे बिल्कुल की ने चपटे ने। हुण तुहानूं मैं बना के दसदा। ठीक है, धरती कुछ इस प्रकार की है, आह इसका रह गया उत्तरी सिरा, आ रह गया इसका दक्षिणी सिरा। ठीक है, धरती इस तरह टेढ़ी है। ठीक है बेटा, इस तरह बिल्कुल सीधी नहीं हैगी, टेढ़ी है ये 66 डिग्री ते झुकी हुई है, 66 से 1/2 डिग्री ते अपने अक्ष के दुआले। तो आह सिरा की है, इसका उत्तरी सिरा आ गया, तो आह सिरा की है, इसका दक्षिणी सिरा आ गया। एक विचकार की बिल्कुल इत्थे रेखा निकलती है, जिसनों आपां की कहने भूमध रेखा कहने हैं। ठीक है, तो तुहानूं दसना चाहना मैं जिहड़ा इसका उत्तरी सिरा गा ते दक्षिणी सिरा, इस पासे धरती की है चपटी है। ठीक है, प्रॉपर गोल नहीं हैगी गेंद की तरह, की है एक चपटी है। ओके जी, तो देखो अजिहे गोले जो सिरिਆਂ ਤੋਂ चपटे होंगे हैं उन्होंने की कहते हैं गोलानुमा, ਜਾਂ फिर की कहते हैं स्फीरॉयड कहते हैं। साड़ी धरती जी चपटा गोला गा ऑवलेट स्फीरॉयड है, जिसनों की कहने आप धरत गोला या जियोइड आखते हैं। ओके जी, तो तुहानूं मैं दस ही दिता धरती की है सिरिਆਂ ਦੇ ਵਿੱਚੋਂ उत्तरी सिरे तो दक्षिणी सिरे तो चपटी है, इस करके उसनों की कहते हैं जियोइड कहते हैं। उत्तरी और दक्षिणी सिरिਆਂ जिथों धरती चपटी है उन्होंने की कहने आप ध्रुव कहने, उत्तरी ध्रुव तो दक्षिणी ध्रुव। एक कल्पित रेखा जो इस दे विचकार दी लंघदी है उसनों आपां की कहने हैं भूमध रेखा कहने हैं। ठीक है जी, धरती का धुरा जिहड़ी मान लो कि विचकार दी लंघदी है उसनों आपां की कहने भूमध रेखा कहने हैं। ओके जी, धरती का यह धुरा बिल्कुल सीधा 90 डिग्री का कोण बनाउंदा है। देखो दो प्रकार दी रेखावां ने धरती दीयां, एक तो जिहड़ियां उत्तरी ध्रुव तो दक्षिणी ध्रुव को मिलाउंदियां ने, एक तो यही है। ठीक है, तो एक आह आ गई, इसनों आपां की कहना भूमध रेखा कहने हैं। ओके जी, तो दूसरी रेखा एक दूसरी रेखा गई जो कि 90 डिग्री का कोण बनाउंदी है। ओके, तो उसनों आपां की कहने धुरा कहने हैं धरती का, जिहड़ा कि बिल्कुल विचकार दी लंघदी है। उस तो बाद देखो धरती है जिहड़ी अपने ग्रहपन ते 66 से 1/2 डिग्री का कोण बनाउंदी है। ओके, जिस करके इत्थे दिन ते रात बनते हैं। तुहानूं दस्सिया सी मैं एक ही झुकी हुई है, पूरी तरह ये सीधी नहीं हैगी, इस तरह नहीं हैगी भी इधर उत्तरी सिरा हो गया इधर दक्षिणी सिरा हो गया, इस तरह नहीं हैगी, सगों दी की है टेढ़ी है, इधर उत्तरी सिरा इधर दक्षिणी सिरा, इस तरह 66 से 1/2 का कोण बनाउंदी है ये, इस करके ही की है दिन ते रात बनते हैं। ओके, जिहड़ा तां पासा सूरज के सामने आ जांदा उत्थे दिन हो जाता, दूसरे पासे की हो जाता रात हो जाती है। अगे देखो धुरा की हुंदा है, असल में कल्पित रेखा है जो धरती के एक ध्रुव तो दूसरे ध्रुव तक धरती के मध्य विचों लंघदी है। तुहानूं मैं दस ही चुकिया। ठीक है, एक सिरे तो दूसरे सिरे दे विच। ठीक है, तुहानूं दस्सिया सी मैं बेटा, जिवें आ धरती है
ਇਸ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਆ ਵਿਚਕਾਰ ਦੀ ਲੰਘਦੀ ਹੈ। 90 ਡਿਗਰੀ ਦਾ ਕੋਣ ਬਣਾਉਂਦੀ ਹੈ। ਇਸ ਨੂੰ ਆਪਾਂ ਕੀ ਕਹਿੰਦੇ ਆ, ਬਿਲਕੁਲ 90 ਡਿਗਰੀ ਦਾ ਤਾਂ ਨਹੀਂ ਬਣਾਉਂਦੀ, ਟੇਢਾ 66/1/2 ਦਾ ਬਣਾਉਂਦੀ ਹੈ, ਪਰ ਬੁੱਕ ਦੇ ਅਕੋਰਡਿੰਗ ਆਪਾਂ ਕਹਿ ਰਹੇ ਹਾਂ। ਫਿਰ ਅੱਗੇ ਆ ਗਈ ਭੂ ਮੱਧ ਰੇਖਾ। ਭੂ ਮੱਧ ਰੇਖਾ ਵੀ ਤੁਹਾਨੂੰ ਦੱਸਤਾ ਸੀ ਮੈਂ, ਉਹ ਕਿੱਥੋਂ ਦੀ ਲੰਘਦੀ ਹੈ, ਇੱਧਰ ਇਸ ਤਰ੍ਹਾਂ, ਜਿਹੜੀ ਕਿ ਧਰਤੀ ਨੂੰ 2 ਹੈਮੀਸਫੀਅਰਸ ਦੇ ਵਿੱਚ ਵੰਡਦੀ ਹੈ, ਇੱਕ ਤਾਂ ਉੱਤਰੀ ਹੈਮੀਸਫੀਅਰ, ਇੱਕ ਦੱਖਣੀ ਹੈਮੀਸਫੀਅਰ। ਓਕੇ ਜੀ। ਅੱਗੇ ਧਰਤੀ ਦਾ ਆਕਾਰ ਦੇਖੋ, ਆਕਾਰ ਅਨੁਸਾਰ ਗ੍ਰਹਿਾਂ ਵਿੱਚ ਧਰਤੀ ਦਾ ਕਿੰਨਵਾਂ ਸਥਾਨ ਹੈ, 5ਵਾਂ ਸਥਾਨ ਹੈ। ਓਕੇ, ਅਤੇ ਵੱਡੇ ਵੱਡੇ ਗ੍ਰਹਿ ਨੇ ਦੇਖੋ, ਹੋਰ ਵੀ ਸੋਲਰ ਸਿਸਟਮ ਦੇ ਵਿੱਚ ਧਰਤੀ ਕਿੰਨਵੇਂ ਨੰਬਰ 'ਤੇ ਆਉਂਦੀ ਹੈ, ਜੇਕਰ ਆਪਾਂ ਆਕਾਰ ਦੇ ਤੌਰ 'ਤੇ ਦੇਖੀਏ ਤਾਂ 5ਵੇਂ ਨੰਬਰ 'ਤੇ ਆਉਂਦੀ ਹੈ। ਇਹ ਬ੍ਰਹਿਸਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ ਦੇ ਨਾਲੋਂ ਛੋਟੀ ਹੈ, ਬਾਕੀ ਗ੍ਰਹਿ ਇਸ ਤੋਂ ਵੱਡੇ ਨੇ। ਇਸ ਦਾ ਵਿਆਸ ਕਿੰਨਾ ਗਾ, ਲਗਭਗ 12,756 ਕਿਲੋਮੀਟਰ ਹੈ। ਧਰਤੀ ਦਾ ਘੇਰਾ ਜਿਹੜਾ ਲਗਭਗ 40,000 ਕਿਲੋਮੀਟਰ ਹੈ। ਧਰੁਵਾਂ ਵੱਲੋਂ ਇਸ ਦਾ ਵਿਆਸ ਆ ਜਿਹੜਾ, ਠੀਕ ਹੈ, ਧਰੁਵ ਤੁਹਾਨੂੰ ਦੱਸ ਕੀ ਹਟਿਆ ਮੈਂ, ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਇੱਥੋਂ ਚਾਪਟੀ ਹੈ ਕਿਉਂਕਿ ਇੱਥੇ ਇਸ ਕਰਕੇ ਇਸ ਦਾ ਵਿਆਸ ਜਿਹੜਾ ਘੱਟ ਹੈ, ਕਿੰਨਾ ਗਾ 12,712 ਕਿਲੋਮੀਟਰ ਹੈ। ਅਤੇ ਜੇਕਰ ਆਪਾਂ ਦੂਸਰੀ ਸਾਈਡ ਦੀ ਗੱਲ ਕਰੀਏ, ਇਸ ਸਾਈਡ ਦੀ, ਤਾਂ 12,756 ਕਿਲੋਮੀਟਰ ਹੈ। ਓਕੇ, ਤਾਂ ਕੁਛ ਗੱਲਾਂ ਨੇ ਯਾਦ ਰੱਖਣ ਯੋਗ, ਇਹਨਾਂ ਬਾਰੇ ਆਪਾਂ ਗੱਲਾਂ ਕਰ ਲੈਣੇ, ਚਰਚਾ ਕਰ ਲੈਣੇ ਥੋੜ੍ਹੀ ਜਿਹੀ। ਹਾਂਜੀ ਬੇਟਾ, ਬ੍ਰਹਿਮੰਡ ਦੇ ਵਿਸਥਾਰ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ, ਕਿਉਂਕਿ ਇਹ ਇੰਨਾ ਵੱਡਾ ਹੈ ਕਿ ਸੂਰਜ ਗ੍ਰਹਿ, ਉਪਗ੍ਰਹਿ, ਤਾਰੇ, ਧੂੜ ਅਤੇ ਗੈਸਾਂ ਇਸ ਦਾ ਹਿੱਸਾ ਹਨ। ਬ੍ਰਹਿਮੰਡ ਬਾਰੇ ਤੁਹਾਨੂੰ ਦੱਸ ਹੀ ਦਿੱਤਾ, ਇਸ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈਗਾ, ਬਹੁਤ ਹੀ ਜ਼ਿਆਦਾ ਵਿਸ਼ਾਲ, ਬਹੁਤ ਵੱਡਾ ਬ੍ਰਹਿਮੰਡ ਹੈ। ਸੈਕਿੰਡ ਪੁਆਇੰਟ ਦੀ ਆਪਾਂ ਗੱਲ ਕਰਦੇ ਹਾਂ, ਰਾਤ ਵੇਲੇ ਧਰਤੀ ਤੋਂ ਨਜ਼ਰ ਆਉਂਦੇ ਚਮਕੀਲੇ ਖਗੋਲ ਪਿੰਡਾਂ ਨੂੰ ਤਾਰੇ ਆਖਦੇ ਹਨ, ਅਤੇ ਤਾਰਿਆਂ ਦੇ ਸਮੂਹ ਨੂੰ ਕੀ ਕਹਿੰਦੇ ਆਪਾਂ, ਤਾਰਾ ਮੰਡਲ ਕਹਿੰਦੇ ਹਾਂ। ਸਪਤਰਿਸ਼ੀ ਬਾਰੇ ਤੁਹਾਨੂੰ ਦੱਸਿਆ ਸੀ, ਜਿਹਦੇ ਵਿੱਚ ਕਿੰਨੇ ਤਾਰੇ ਨੇ, 7 ਤਾਰੇ ਨੇ, ਠੀਕ ਹੈ। ਫਿਰ ਅੱਗੇ ਤੀਸਰਾ ਦੇਖੋ, ਪ੍ਰਕਾਸ਼ ਸਾਲ ਬਾਰੇ ਤੁਹਾਨੂੰ ਦੱਸਿਆ ਸੀ। ਪ੍ਰਕਾਸ਼ ਸਾਲ ਮਾਪਣ ਦੀ ਇਕਾਈ ਹੈ ਜੋ ਖਗੋਲੀ ਪਿੰਡਾਂ ਵਿਚਾਲੇ ਦੂਰੀ ਵਰਗੀਆਂ ਵੱਡੀਆਂ ਦੂਰੀਆਂ ਮਾਪਣ ਲਈ ਵਰਤੀ ਜਾਂਦੀ ਹੈ। ਤੁਹਾਨੂੰ ਦੱਸਿਆ ਸੀ ਮੈਂ, ਜੇਕਰ ਧਰਤੀ ਤੋਂ ਕਿਸੇ ਤਾਰੇ ਦੀ ਦੂਰੀ ਨੂੰ ਮਾਪਣਾ ਹੋਵੇ ਤਾਂ ਆਪਾਂ ਪ੍ਰਕਾਸ਼ ਸਾਲ ਦੀ ਵਰਤੋਂ ਕਰਦੇ ਹਾਂ। ਧਰਤੀ ਤੋਂ ਕਿਸੇ ਆਪਾਂ ਦੂਰ ਗ੍ਰਹਿ ਨੂੰ ਮਾਪਣਾ ਹੋਵੇ, ਸਥਿਤ ਦੂਰੀ ਨੂੰ ਮਾਪਣਾ ਹੋਵੇ ਤਾਂ ਆਪਾਂ ਕਿਸ ਦਾ ਇਸਤੇਮਾਲ ਕਰਦੇ ਹਾਂ, ਪ੍ਰਕਾਸ਼ ਸਾਲ ਦਾ। ਫਿਰ ਆ ਵੀ ਤੁਹਾਨੂੰ ਚੌਥਾ ਪੁਆਇੰਟ ਵੀ ਮੈਂ ਡਿਟੇਲ ਦੇ ਵਿੱਚ ਕਰਵਾਇਆ ਸੀ। ਦੇਖੋ, ਅੰਗਰੇਜ਼ੀ ਵਾਕ ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਐਜ਼ ਅਸ ਨਰਸ, ਠੀਕ ਹੈ। ਇਹਦੇ ਜਿਹੜੇ ਸ਼ਬਦ ਨੇਗੇ, ਪ੍ਰਥਮ ਅੱਖਰ ਨੇਗੇ, ਇਹਨਾਂ ਦੇ ਅਨੁਸਾਰ ਆਪਾਂ ਗ੍ਰਹਿਾਂ ਦਾ ਨਾਮ ਹੈ ਜਿਹੜਾ ਕ੍ਰਮ ਦੇ ਵਿੱਚ ਯਾਦ ਕਰ ਸਕਦੇ ਹਾਂ। ਤੁਹਾਨੂੰ ਦੱਸਿਆ ਸੀ ਮੈਂ, ਐਮ 'ਤੇ ਕੀ ਹੈ, ਮਾਈ, ਐਮ 'ਤੇ ਮਰਕਰੀ, ਵੈਰੀ, ਵੀ 'ਤੇ ਵੀਨਸ, ਈ 'ਤੇ ਅਰਥ ਆ ਗਿਆ, ਐਮ 'ਤੇ ਫਿਰ ਅੱਗੇ ਮਦਰ, ਇਹਦਾ ਆ ਗਿਆ ਮਾਰਸ, ਜਸਟ, ਜੇ 'ਤੇ ਜੂਪੀਟਰ ਆ ਗਿਆ, ਐਸ ਸਰਵਡ, ਇਸ ਦਾ ਕੀ ਆ ਗਿਆ, ਸੈਟਰਨ ਆ ਗਿਆ, US ਅਸ, ਇਸ ਦਾ ਕੀ ਆ ਗਿਆ, ਯੂਰੇਨਸ, ਅਤੇ ਐਨ ਨਟਸ ਵਾਲਾ ਕੀ ਆ ਗਿਆ, ਨੈਪਚੂਨ। ਇਹ ਤੁਹਾਨੂੰ ਮੈਂ ਦੱਸਿਆ ਸੀਗਾ। ਫਿਰ ਦੇਖੋ 5ਵਾਂ ਪੁਆਇੰਟ, ਸੂਰਜ ਗ੍ਰਹਿਾਂ ਅਤੇ ਉਪਗ੍ਰਹਿਾਂ ਦੀ ਖਿੱਚ ਸ਼ਕਤੀ ਨੂੰ ਗੁਰੂਤਾ ਸ਼ਕਤੀ ਕਹਿੰਦੇ ਨੇ, ਗ੍ਰੈਵੀਟੇਸ਼ਨਲ ਫੋਰਸ ਕਹਿੰਦੇ ਨੇ, ਠੀਕ ਹੈ। ਕਿਉਂਕਿ ਗ੍ਰਹਿ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਨੇ, ਇਸੇ ਤਰ੍ਹਾਂ ਤਾਰੇ ਵੀ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਨੇ, ਇਸ ਨੂੰ ਕੀ ਕਿਹਾ ਜਾਂਦਾ ਹੈਗਾ, ਗ੍ਰੈਵੀਟੇਸ਼ਨਲ ਫੋਰਸ ਕਿਹਾ ਜਾਂਦਾ ਹੈ। ਫਿਰ ਆਪਾਂ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ ਬਾਰੇ ਵੀ ਪੜ੍ਹਿਆ ਸੀ ਵੀ 21 ਜੁਲਾਈ 1969 ਨੂੰ ਪਹਿਲੀ ਵਾਰ ਇਹਨਾਂ ਨੇ ਕੀ ਕੀਤਾ ਸੀ, ਚੰਦ ਦੀ ਸਤ੍ਹਾ 'ਤੇ ਕਦਮ ਰੱਖਿਆ ਸੀ। 7ਵਾਂ ਪੁਆਇੰਟ ਦੇਖੋ ਲਾਸਟ, ਧਰਤੀ ਦੇ ਸੂਰਜ ਦੁਆਲੇ ਅਤੇ ਚੰਨ ਦੇ ਧਰਤੀ ਦੁਆਲੇ ਘੁੰਮਦੇ ਹੋਏ ਜਦੋਂ ਚੰਨ ਧਰਤੀ ਅਤੇ ਸੂਰਜ ਦੇ ਵਿਚਾਲੇ ਆ ਜਾਵੇ ਅਤੇ ਧਰਤੀ ਤੋਂ ਸੂਰਜ ਨੂੰ ਵੇਖਦਿਆਂ ਅੜਿੱਕਾ ਬਣੇ ਤਾਂ ਇਸ ਨੂੰ ਕੀ ਕਹਿੰਦੇ ਨੇ, ਸੂਰਜ ਗ੍ਰਹਿਣ ਆਖਦੇ ਨੇ, ਠੀਕ ਹੈ। ਤੁਹਾਨੂੰ ਮੈਂ ਚੰਨ ਗ੍ਰਹਿਣ ਬਾਰੇ ਤਾਂ ਦੱਸਤਾ। ਮੰਨ ਲਓ ਆਹ ਧਰਤੀ ਹੈ, ਓਕੇ ਜੀ, ਆਹ ਚੰਨ ਹੈ ਅਤੇ ਇੱਧਰਲੀ ਸਾਈਡ ਕੀ ਹੈ, ਸੂਰਜ ਹੈ, ਤਾਂ ਕੀ ਹੈ, ਧਰਤੀ ਆਹ ਚੰਨ ਹੈਗਾ ਕਿਉਂਕਿ, ਠੀਕ ਹੈ ਜੀ, ਇਸ ਕਰਕੇ ਇਹ ਸੂਰਜ ਦੇ ਰਾਹ ਦੇ ਵਿੱਚ ਅੜਿੱਕਾ ਗਾ, ਤਾਂ ਸੂਰਜ ਦੀ ਰੋਸ਼ਨੀ ਜਿਹੜੀ ਪ੍ਰੋਪਰ ਧਰਤੀ 'ਤੇ ਨਹੀਂ ਆਉਂਦੀ, ਰਾਹ ਦੇ ਵਿੱਚ ਕੌਣ ਆ ਗਿਆ, ਇਸਦੇ ਚੰਨ ਆ ਗਿਆ। ਇਸ ਕਰਕੇ ਚੰਨ ਦਾ ਪਰਛਾਵਾਂ ਧਰਤੀ 'ਤੇ ਪੈਂਦਾ ਗਾ, ਠੀਕ ਹੈ। ਚੰਨ ਦਾ ਪਰਛਾਵਾਂ ਧਰਤੀ 'ਤੇ ਪੈਂਦਾ ਅਤੇ ਸੂਰਜ ਦਾ ਕੁਝ ਹਿੱਸਾ ਹੀ ਸਾਨੂੰ ਦਿਖਾਈ ਦਿੰਦਾ ਗਾ, ਕਿਉਂਕਿ ਇੱਥੇ ਵਿਚਕਾਰ ਕੀ ਆ ਜਾਂਦਾ, ਇਸਦੇ ਚੰਨ ਆ ਗਿਆ। ਇਸ ਕਰਕੇ ਇਸ ਨੂੰ ਕੀ ਕਹਿੰਦੇ ਨੇ ਆਪਾਂ, ਸੂਰਜ ਗ੍ਰਹਿਣ ਕਹਿੰਦੇ ਹਾਂ, ਠੀਕ ਹੈ। ਤਾਂ ਲੈਸਨ ਬੇਟਾ ਆਪਣਾ ਕੰਪਲੀਟ ਹੋ ਗਿਆ। ਵੀਡੀਓ ਵੀ ਆਪਣੀ ਕਾਫੀ ਲੰਬੀ ਬਣ ਗਈ। ਸਾਰੇ ਬੱਚੇ ਪੂਰੀ ਵੀਡੀਓ ਦੇਖਿਆ ਕਰੋ, ਫਿਰ ਹੀ ਸਮਝ 'ਚ ਆਉਂਦਾ ਗਾ। ਅੱਗੇ ਜਿਹੜੇ ਆ ਕੁਐਸਚਨ ਨੇ, ਠੀਕ ਹੈ, ਇਹ ਤੁਸੀਂ ਆਪਣੀਆਂ ਨੋਟਬੁੱਕਸ 'ਤੇ ਕਰ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਵੀ ਕਰਨਾ ਗਾ ਆਪਾਂ। ਓਕੇ ਜੀ, ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰੋ, ਦੂਸਰੇ ਬੱਚਿਆਂ ਦੇ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਓਕੇ, ਥੈਂਕ ਯੂ।